हाँ जी स्टूडेंट्स, ਅਸੀਂ ਆਪਣੀ ਕਲਾਸ 11 ਦੀ ਇੰਗਲਿਸ਼ ਇਲੈਕਟਿਵ ਦੀ ਤੀਸਰੀ ਪੋਇਮ ਉਸ ਦਾ ਕੱਲ ਸਾਰੀ ਅਸੀਂ ਐਕਸਪਲੇਨੇਸ਼ਨ ਵਿਦ ਪੈਰਾਫਰੇਜ਼ ਮਾਈ ਨੇਟਿਵ ਲੈਂਡ ਦਾ ਕੀਤਾ ਹੈ, ਜਿਸ ਨੂੰ ਕਿ ਪੋਇਟ ਸਰ ਵਾਲਟਰ ਸਕੋਟ ਨੇ ਲਿਖਿਆ ਹੋਇਆ ਹੈ। ਅੱਜ ਅਸੀਂ ਇਸ ਦੇ ਮੇਨ ਕੁਐਸਚਨ ਜਿਹੜੇ ਕਿ ਐਸੇ ਟਾਈਪ ਕੁਐਸਚਨ ਆਨਸਰਸ ਨੇ ਉਹਨਾਂ ਨੂੰ ਕਵਰ ਕਰਾਂਗੇ। ਤਾਂ ਸਭ ਤੋਂ ਪਹਿਲਾਂ ਮੈਂ ਸਾਰੇ ਸਟੂਡੈਂਟਸ ਨੂੰ ਇਹ ਅਪੀਲ ਕਰੂੰਗਾ ਕਿ ਜੇਕਰ ਉਹਨਾਂ ਨੇ ਮੇਰਾ ਇਹ ਪਿਛਲਾ ਲੈਕਚਰ ਨਹੀਂ ਸੁਣਿਆ ਜਿਸ ਦੇ ਵਿੱਚ ਮੈਂ ਮਾਈ ਨੇਟਿਵ ਲੈਂਡ ਦੀ ਪੂਰੀ ਪੈਰਾਫਰੇਜ਼ ਤੇ ਐਕਸਪਲੇਨੇਸ਼ਨ ਬਹੁਤ ਹੀ ਡਿਟੇਲ ਦੇ ਵਿੱਚ ਸਮਝਾਈ ਹੈ, ਤਾਂ ਉਹ ਜ਼ਰੂਰ ਤੁਸੀਂ ਦੇਖੋ। ਮੈਂ ਉੱਪਰ ਤੁਹਾਨੂੰ ਇਸ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ ਤਾਂ ਕਿ ਤੁਹਾਨੂੰ ਇਹ ਪੋਇਮ ਪੂਰੀ ਤਰ੍ਹਾਂ ਕਲੀਅਰ ਹੋ ਜੇ, ਤਾਂ ਹੀ ਫਿਰ ਇਸ ਦੇ ਕੁਐਸਚਨ ਆਨਸਰਸ ਅੱਛੀ ਤਰ੍ਹਾਂ ਸਮਝ ਆਉਣਗੇ। ਤਾਂ ਜੇਕਰ ਤੁਸੀਂ ਪਹਿਲਾਂ ਨਹੀਂ ਦੇਖਿਆ ਤਾਂ ਜ਼ਰੂਰ ਦੇਖੋ, ਜਿਨ੍ਹਾਂ ਨੇ ਦੇਖਿਆ ਹੋਇਆ ਉਸ ਅੱਜ ਵਾਲੇ ਲੈਸਨ ਨੂੰ ਕੰਟੀਨਿਊ ਕਰ ਸਕਦੇ ਨੇ। ਤਾਂ ਪਹਿਲਾ ਕੁਐਸਚਨ ਅਸੀਂ ਇਸ ਪੋਇਮ ਦਾ ਸਭ ਤੋਂ ਮੇਨ ਕੁਐਸਚਨ ਕਿ ਰਾਈਟ ਦਾ ਸੈਂਟਰਲ ਆਈਡੀਆ ਆਫ ਦਾ ਪੋਇਮ। ਇਸ ਪੋਇਮ ਦਾ ਸੈਂਟਰਲ ਆਈਡੀਆ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਨਾਲ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਤਾਂ ਇਸ ਦਾ ਆਨਸਰ ਹੈ ਜੀ ਕਿ ਮਾਈ ਨੇਟਿਵ ਲੈਂਡ ਇਜ਼ ਰਿਟਨ ਬਾਏ ਸਰ ਵਾਲਟਰ ਸਕੋਟ। ਜਿਵੇਂ ਕਿ ਅਸੀਂ ਪਹਿਲਾਂ ਵੀ ਇਸ ਤਰ੍ਹਾਂ ਲਾਈਨ ਲਿਖਦੇ ਹਾਂ ਕਿ ਆਪਣੀ ਪੋਇਮ ਦਾ ਨੇਮ ਸਿੰਗਲ ਕੋਟਸ ਦੇ ਵਿੱਚ ਪਾਉਂਦੇ ਹਾਂ ਅਤੇ ਉਸ ਦੇ ਵੱਡੇ ਅੱਖਰਾਂ ਦਾ ਅਸੀਂ ਧਿਆਨ ਰੱਖਦੇ ਹਾਂ, ਬਾਕੀ ਛੋਟੇ ਅੱਖਰ ਪਾਉਣੇ ਹੁੰਦੇ ਹੈ, ਅਤੇ ਇਸ ਨੂੰ ਇਸ ਦੇ ਪੋਇਟ ਦੇ ਜਿਹੜੇ ਅੱਖਰ ਵੀ ਹੈ ਕੈਪੀਟਲ ਲੈਟਰਸ ਜਾਂ ਸਮੋਲ ਲੈਟਰਸ ਉਹਦਾ ਵੀ ਧਿਆਨ ਰੱਖਣਾ ਹੈ। ਇਸ ਨੂੰ ਉਸੇ ਤਰ੍ਹਾਂ ਹੀ ਪਾਉਣਾ ਸਰ ਵਾਲਟਰ ਸਕੋਟ ਜਿਸ ਤਰ੍ਹਾਂ ਕਿ ਮੈਂ ਪਾਇਆ। ਤਾਂ ਇਹ ਪਹਿਲੀ ਲਾਈਨ ਬੜੀ ਇੰਪੋਰਟੈਂਟ ਹੁੰਦੀ ਹੈ। ਜੇਕਰ ਪਹਿਲੀ ਲਾਈਨ ਤੁਹਾਡੀ ਬਹੁਤ ਹੀ ਵਧੀਆ ਤਰੀਕੇ ਨਾਲ ਲਿਖੀ ਹੋਈ ਹੈ ਤਾਂ ਉਸ ਦਾ ਇੰਪ੍ਰੈਸ਼ਨ ਪੇਪਰ ਚੈੱਕ ਕਰਨ ਵਾਲੇ 'ਤੇ ਬਹੁਤ ਅੱਛਾ ਪੈਂਦਾ। ਤਾਂ ਮਾਈ ਨੇਟਿਵ ਲੈਂਡ ਨੂੰ ਸਰ ਵਾਲਟਰ ਸਕੋਟ ਨੇ ਲਿਖਿਆ ਹੋਇਆ ਹੈ। ਨਾਓ ਦਿਸ ਪੋਇਮ ਇਜ਼ ਅਬਾਊਟ ਦਾ ਸਪਿਰਿਟ ਆਫ ਪੈਟਰੀਅਟਿਜ਼ਮ। ਮੈਂ ਤੁਹਾਨੂੰ ਪੋਇਮ ਦੀ ਐਕਸਪਲੇਨੇਸ਼ਨ ਕਰਾਉਂਦੇ ਹੋਏ ਕਿਹਾ ਸੀ ਕਿ ਇਹ ਸਾਰੀ ਪੋਇਮ ਦੇਸ਼ ਭਗਤੀ ਦੀ ਭਾਵਨਾ ਨਾਲ ਓਤਪ੍ਰੋਤ ਹੈ। ਸਪਿਰਿਟ ਦਾ ਮਤਲਬ ਭਾਵਨਾ ਹੋ ਗਿਆ ਅਤੇ ਪੈਟਰੀਅਟਿਜ਼ਮ ਦਾ ਮਤਲਬ ਹੁੰਦਾ ਹੈ ਦੇਸ਼ ਭਗਤੀ। ਪੂਰੀ ਪੋਇਮ ਦੇ ਵਿੱਚ ਇਹੀ ਦੱਸਿਆ ਗਿਆ ਹੈ ਕਿ ਜਿਹੜਾ ਇੱਕ ਇਨਸਾਨ ਦੇਸ਼ ਭਗਤ ਹੈ ਨਹੀਂ ਤਾਂ ਫਿਰ ਉਸ ਦਾ ਕਿਸ ਤਰ੍ਹਾਂ ਪੂਰੇ ਸਮਾਜ ਦੇ ਵਿੱਚ ਉਸ ਨੂੰ ਤਿਰਸਕਾਰ ਮਿਲਦਾ ਹੈ, ਇਹ ਸਾਰੀ ਪੋਇਮ ਦੇ ਵਿੱਚ ਸਾਨੂੰ ਦੱਸਿਆ ਗਿਆ। ਤਾਂ ਪੈਟਰੀਅਟਿਜ਼ਮ ਸ਼ੁੱਡ ਬੀ ਦਾ ਫਸਟ ਕੁਆਲਿਟੀ ਇਨ ਐਵਰੀ ਪਰਸਨ। ਹੁਣ ਇਹ ਜਿਹੜੀ ਦੇਸ਼ ਭਗਤੀ ਹੈ ਇਹ ਕਿਸੇ ਵੀ ਇਨਸਾਨ, ਹਰ ਇੱਕ ਇਨਸਾਨ ਦੇ ਵਿੱਚ ਪਹਿਲੀ ਕੁਆਲਿਟੀ ਹੋਣੀ ਚਾਹੀਦੀ ਹੈ, ਉਸਦਾ ਪਹਿਲਾ ਗੁਣ ਹੋਣਾ ਚਾਹੀਦਾ। ਬਾਕੀ ਸਾਰੇ ਗੁਣ ਬਾਅਦ 'ਚ ਨੇ, ਲੇਕਿਨ ਇਟ ਸ਼ੁੱਡ ਬੀ ਦਾ ਫਸਟ ਕੁਆਲਿਟੀ ਇਨ ਐਵਰੀ ਪਰਸਨ। ਦੇਸ਼ ਭਗਤੀ ਦੀ ਭਾਵਨਾ ਦਾ ਉਸ ਦੇ ਵਿੱਚ ਹੋਣਾ ਬਹੁਤ ਹੀ ਜ਼ਰੂਰੀ ਹੈ। ਇੱਥੇ ਮੈਂ ਸਾਰੇ ਸਟੂਡੈਂਟਸ ਨੂੰ ਕਹੂੰਗਾ ਕਿ ਪੈਟਰੀਅਟਿਜ਼ਮ ਦੇ ਜਿਹੜੇ ਸਪੈਲਿੰਗ ਹੈ, ਕਿਉਂਕਿ ਬਾਰ-ਬਾਰ ਆ ਰਹੇ ਹੈ, ਤਾਂ ਇਸ ਨੂੰ ਤੁਸੀਂ ਧਿਆਨ ਨਾਲ ਪਾ ਲੈਣਾ। ਕਿਸੇ ਵੀ ਸਪੈਲਿੰਗ ਨੂੰ ਸਮਝਣ ਦੇ ਲਈ ਜਾਂ ਉਸ ਨੂੰ ਸਿੱਖਣ ਦੇ ਲਈ ਬੜਾ ਜ਼ਰੂਰੀ ਹੈ ਕਿ ਉਸਦੇ ਰੂਟ ਵਰਡ ਵੱਲ ਧਿਆਨ ਦਿੱਤਾ ਜਾਵੇ। ਤਾਂ ਇਹਦਾ ਜਿਹੜਾ ਰੂਟ ਵਰਡ ਹੈ ਉਹ ਹੈ ਪੈਟਰੀਓਟ। ਪੈਟਰੀਓਟ ਦਾ ਮਤਲਬ ਹੁੰਦਾ ਹੈ ਦੇਸ਼ ਭਗਤ, ਅਤੇ ਇੱਕ ਨਾਊਨ ਹੋ ਗਿਆ। ਪੈਟਰੀਓਟ ਤੋਂ ਹੀ ਪੈਟਰੀਅਟਿਜ਼ਮ ਬਣਦਾ, ਉਹਦੇ ਪਿੱਛੇ ਅਸੀਂ ISM ਪਾ ਦਈਏ ਤਾਂ ਇਹ ਪੈਟਰੀਓਟਿਜ਼ਮ ਬਣ ਜਾਂਦਾ ਹੈ, ਦੇਸ਼ ਭਗਤੀ। ਤਾਂ ਪੈਟਰੀਓਟ ਦੇ ਸਪੈਲਿੰਗ ਜੇਕਰ ਤੁਹਾਨੂੰ ਆਉਂਦੇ ਹੈ ਤਾਂ ਤੁਸੀਂ ਈਜ਼ੀਲੀ ਪੈਟਰੀਅਟਿਜ਼ਮ ਦੇ ਸਪੈਲਿੰਗ ਯਾਦ ਕਰ ਸਕਦੇ ਹੋ। ਉਸ ਨੂੰ 5-7 ਵਾਰੀ ਲਿਖ ਕੇ ਦੇਖ ਲਓ ਤਾਂ ਤੁਹਾਨੂੰ ਕਦੇ ਵੀ ਇਹ ਸਪੈਲਿੰਗ ਨਹੀਂ ਭੁੱਲਣਗੇ। ਹੀ ਸ਼ੁੱਡ ਬੀ ਪ੍ਰਾਊਡ ਆਫ ਹਿਜ਼ ਕੰਟਰੀ। ਇੱਥੇ ਹੀ ਦਾ ਮਤਲਬ ਪਰਸਨ ਨੂੰ ਕਿਹਾ ਗਿਆ, ਉਸੇ ਪਰਸਨ ਨੂੰ ਕਿਹਾ ਗਿਆ ਜਿਸ ਵਿੱਚ ਪੈਟਰੀਅਟਿਜ਼ਮ ਦੀ ਪਹਿਲੀ ਕੁਆਲਿਟੀ ਦਾ ਹੋਣਾ ਜ਼ਰੂਰੀ ਹੈ। ਤਾਂ ਉਸ ਨੂੰ ਆਪਣੀ ਕੰਟਰੀ 'ਤੇ ਮਾਣ ਹੋਣਾ ਚਾਹੀਦਾ। ਪ੍ਰਾਊਡ ਆਫ ਤੁਹਾਨੂੰ ਪਤਾ ਇਕੱਠਾ ਆਉਂਦਾ ਹੈ, ਆਫ ਇਸ ਦੇ ਪ੍ਰੈਪੋਜੀਸ਼ਨ ਪ੍ਰਾਊਡ ਦੇ ਪਿੱਛੇ ਲੱਗਦੀ ਹੈ। ਤਾਂ ਉਸਨੂੰ ਆਪਣੀ ਕੰਟਰੀ ਅਤੇ ਆਪਣੇ ਦੇਸ਼ ਦੇ ਉੱਪਰ ਮਾਣ ਹੋਣਾ ਚਾਹੀਦਾ। ਅ ਮੈਨ ਹੂ ਡਜ਼ ਨੋਟ ਲਵ ਹਿਜ਼ ਕੰਟਰੀ ਇਜ਼ ਐਜ਼ ਗੁੱਡ ਐਜ਼ ਡੈਡ। ਤਾਂ ਅਸੀਂ ਲਾਈਨਸ ਪੋਇਮ ਦੀਆਂ ਪਹਿਲੀਆਂ ਦੂਸਰੀਆਂ ਲਾਈਨਸ ਦੇ ਵਿੱਚ ਹੀ ਦੇਖਿਆ ਸੀ ਕਿ ਇੱਕ ਇਨਸਾਨ ਜੋ ਆਪਣੀ ਕੰਟਰੀ ਨੂੰ ਪਿਆਰ ਨਹੀਂ ਕਰਦਾ, ਉਹ ਕਦੇ ਨਹੀਂ ਕਹਿੰਦਾ ਕਿ ਮਾਈ ਨੇਟਿਵ ਲੈਂਡ, ਮਾਈ ਓਨ ਨੇਟਿਵ ਲੈਂਡ। ਇਹ ਲਾਈਨਸ ਲਿਖੀਆਂ ਹੋਈਆਂ ਸੀਗੀਆਂ ਪਹਿਲੇ ਸਟੈਂਜ਼ੇ ਦੇ ਵਿੱਚ। ਜੇਕਰ ਉਹ ਇਸ ਤਰ੍ਹਾਂ ਨਹੀਂ ਕਹਿੰਦਾ ਤਾਂ ਉਹ ਐਜ਼ ਗੁੱਡ ਐਜ਼ ਡੈਡ ਹੈ। ਐਜ਼ ਗੁੱਡ ਐਜ਼ ਡੈਡ ਮਤਲਬ ਉਹ ਮੋਇਆਂ ਸਮਾਨ ਹੈ, ਮਰਿਆਂ ਸਮਾਨ ਹੈ। ਉਹ ਜੀ ਤਾਂ ਰਿਹਾ ਹੈ, ਉਹ ਬਰੀਥ ਤਾਂ ਕਰ ਰਿਹਾ ਹੈ, ਸਾਹ ਤਾਂ ਲੈ ਰਿਹਾ ਹੈ, ਲੇਕਿਨ ਉਸ ਦੀ ਸੋਲ ਡੈਡ ਹੈ। ਤਾਂ ਐਜ਼ ਗੁੱਡ ਐਜ਼ ਡੈਡ ਦਾ ਮਤਲਬ ਹੈ ਕਿ ਉਸ ਦੀ ਜਿਹੜੀ ਸੋਲ ਹੈ ਉਹ ਡੈਡ ਹੈ, ਉਸ ਦੀ ਆਤਮਾ ਮਰ ਚੁੱਕੀ ਹੈ। ਹੀ ਇਜ਼ ਅ ਰੈਚ। ਨਾ ਰੈਚ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ, ਇੱਕ ਬਹੁਤ ਹੀ ਤੁੱਛ ਇਨਸਾਨ, ਜਿਹੜਾ ਕਿ ਬਹੁਤ ਹੀ ਜ਼ਿਆਦਾ ਗਿਰਿਆ ਹੋਇਆ ਇਨਸਾਨ, ਉਸ ਨੂੰ ਆਪਾਂ ਕਹਿ ਸਕਦੇ ਹਾਂ ਤੁੱਛ ਇਨਸਾਨ। ਤਾਂ ਉਹ ਇੱਕ ਰੈਚ ਹੈ, ਉਹ ਇੱਕ ਤੁੱਛ ਇਨਸਾਨ ਹੈ। ਕੌਣ? ਜਿਸ ਨੂੰ ਆਪਣੀ ਕੰਟਰੀ ਦੇ ਨਾਲ ਕੋਈ ਪਿਆਰ ਨਹੀਂ ਹੈ। ਹੀ ਇਜ਼ ਅ ਵਰਥਲੈਸ ਕ੍ਰੀਚਰ। ਕ੍ਰੀਚਰ ਦਾ ਮਤਲਬ ਜੀਵ ਕਿਹਾ ਜਾਂਦਾ ਹੈ ਜੀ। ਵਰਥਲੈਸ ਜਿਸ ਦੀ ਕੋਈ ਕੀਮਤ ਹੀ ਨਹੀਂ ਹੈ। ਤਾਂ ਉਹ ਇੱਕ
ਜਿਸ ਦੀ ਕੋਈ ਕੀਮਤ ਨਹੀਂ, ਇਸ ਤਰ੍ਹਾਂ ਦਾ ਜੀਵ ਹੈ, ਉਸਦਾ ਕੋਈ ਮੁੱਲ ਨਹੀਂ ਹੈ। ਕ੍ਰੀਚਰ ਤਾਂ ਇਸ ਸਪੈਲਿੰਗ ਧਿਆਨ ਨਾਲ ਪਾਣੇ ਹੈ ਜੀ। ਵਰਥਲੈਸ, ਵਰਥ ਦਾ ਉਲਟ ਹੁੰਦਾ, ਉਸ ਦੇ ਪਿੱਛੇ ਲੈਸ ਲੱਗ ਜਾਂਦਾ ਤਾਂ ਉਹ ਕੀਮਤਹੀਨ ਹੋ ਜਾਂਦਾ। ਹੀ ਹੈਜ਼ ਅ ਡੈਡ ਸੋਲ, ਉਸ ਦੀ ਆਤਮਾ ਮਰੀ ਹੋਈ ਹੈ। ਡੈਡ ਸੋਲ ਪਹਿਲਾਂ ਵੀ ਕਹਿ ਚੁੱਕੇ, ਉਸ ਦੀ ਆਤਮਾ ਮਰੀ ਹੋਈ ਹੈ। ਜਿਉਂਦਾ ਤਾਂ ਜ਼ਰੂਰ ਹੈ ਉਹ, ਲੇਕਿਨ ਆਤਮਾ ਉਸ ਦੀ ਮਰ ਚੁੱਕੀ ਹੈ। ਹੀ ਇਜ਼ ਓਨਲੀ ਫਿਜ਼ੀਕਲੀ ਅਲਾਈਵ, ਉਹ ਕੇਵਲ ਸਰੀਰਕ ਤੌਰ 'ਤੇ ਜ਼ਿੰਦਾ ਹੈ। ਫਿਜ਼ੀਕਲੀ, ਫਿਜ਼ੀਕਲ ਤੋਂ ਬਣਿਆ, ਉਹਦੇ ਪਿੱਛੇ ਐਲਵਾਈ ਲੱਗ ਜਾਂਦਾ। ਫਿਜ਼ੀਕਲੀ ਅਲਾਈਵ, ਅਲਾਈਵ ਦਾ ਮਤਲਬ ਜਿਉਂਦੇ ਹੋਣਾ, ਉਹ ਕੇਵਲ ਸਰੀਰਕ ਤੌਰ 'ਤੇ ਜ਼ਿੰਦਾ ਹੈ। ਹੀ ਫੇਲਸ ਟੂ ਵਿਨ ਐਨੀ ਨੇਮ ਔਰ ਫੇਮ, ਉਹ ਫੇਲ ਹੋ ਜਾਂਦਾ ਹੈ, ਅਸਫਲ ਹੋ ਜਾਂਦਾ ਹੈ ਕੋਈ ਵੀ ਆਪਣਾ ਨਾਮ ਅਤੇ ਪ੍ਰਸਿੱਧੀ ਪ੍ਰਾਪਤ ਕਰਨ ਦੇ ਵਿੱਚ। ਨਾ ਤਾਂ ਉਸ ਦਾ ਨਾਮ ਕਦੇ ਜ਼ਿੰਦਗੀ 'ਚ ਬਣਦਾ ਅਤੇ ਨਾ ਹੀ ਉਸ ਨੂੰ ਕਦੇ ਪ੍ਰਸਿੱਧੀ ਮਿਲਦੀ ਹੈ। ਫੇਮ ਦਾ ਮਤਲਬ ਪ੍ਰਸਿੱਧੀ, ਤਾਂ ਉਹ ਇਸ ਗੱਲ ਦੇ ਵਿੱਚ ਅਸਫਲ ਹੋ ਜਾਂਦਾ। ਨੋ ਵਨ ਰਿਮੈਂਬਰਸ ਹਿਮ ਆਫਟਰ ਹਿਜ਼ ਡੈਥ, ਉਸ ਦੀ ਡੈਥ ਤੋਂ ਬਾਅਦ, ਉਸੇ ਇਨਸਾਨ ਦੀ ਗੱਲ ਚੱਲ ਰਹੀ ਜਿਸ ਦਾ ਆਪਣੀ ਦੇਸ਼ ਦੇ ਨਾਲ ਕੋਈ ਪਿਆਰ ਨਹੀਂ ਹੈ, ਜਿਸ ਦੇ ਅੰਦਰ ਦੇਸ਼ ਭਗਤੀ ਦੀ ਭਾਵਨਾ ਹੀ ਪੈਦਾ ਨਹੀਂ ਹੈ, ਤਾਂ ਉਸ ਦੀ ਡੈਥ ਤੋਂ ਬਾਅਦ, ਮੌਤ ਤੋਂ ਬਾਅਦ, ਨੋ ਵਨ ਰਿਮੈਂਬਰਸ ਹਿਮ, ਕੋਈ ਵੀ ਉਸ ਨੂੰ ਯਾਦ ਨਹੀਂ ਕਰਦਾ। ਨੋ ਵਨ ਰਿਮੈਂਬਰਸ ਹਿਮ, ਉਸ ਨੂੰ ਯਾਦ ਨਹੀਂ ਕਰਦਾ। ਨੋ ਵਨ ਵੀਪਸ ਫॉर ਹਿਮ, ਕੋਈ ਉਸ ਦੇ ਲਈ ਰੋਂਦਾ ਨਹੀਂ ਹੈ। ਡੈਥ ਹੋ ਗਈ, ਉਸ ਦੀ ਮੌਤ ਹੋ ਗਈ। ਨੋ ਵਨ ਵੀਪਸ ਫॉर ਹਿਮ, ਯਾਦ ਨਹੀਂ ਕਰਦਾ, ਰੋਂਦਾ ਨਹੀਂ ਹੈ ਉਸ ਦੀ। ਨੋ ਵਨ ਗਿਵਸ ਹਿਮ ਐਨੀ ਓਨਰ, ਕੋਈ ਵੀ ਉਸ ਨੂੰ ਮਾਣ ਨਹੀਂ ਦਿੰਦਾ। ਓਨਰ ਦਾ ਮਤਲਬ ਹੁੰਦਾ ਹੈ ਮਾਣ, ਮਾਨ ਸਨਮਾਨ, ਕੋਈ ਵੀ ਨਹੀਂ ਦਿੰਦਾ ਇਸ ਤਰ੍ਹਾਂ ਦੇ ਇਨਸਾਨ ਨੂੰ। ਨੋ ਸੌਂਗਸ ਆਫ ਪ੍ਰੇਜ਼ ਆਰ ਸੰਗ ਫॉर ਹਿਮ, ਉਸ ਦੀ ਪ੍ਰਸ਼ੰਸਾ ਦਾ ਕੋਈ ਵੀ ਗਾਣਾ ਨਹੀਂ ਗਾਇਆ ਜਾਂਦਾ। ਪ੍ਰੇਜ਼ ਦਾ ਮਤਲਬ ਪ੍ਰਸ਼ੰਸਾ, ਉਸ ਦੀ ਪ੍ਰਸ਼ੰਸਾ ਦੇ ਵਿੱਚ ਕੋਈ ਵੀ ਗਾਣਾ ਨਹੀਂ ਗਾਇਆ ਜਾਂਦਾ। ਸੰਗ ਫॉर ਹਿਮ, ਉਸ ਦੇ ਲਈ। ਹੀ ਡਾਈਜ਼ ਅਨਵੈਪਟ, ਅਨਔਨਰਡ ਐਂਡ ਅਨਸੰਗ, ਤਾਂ ਇਹ ਤਿੰਨੇ ਵਰਡ ਤੁਹਾਡੀ ਪੋਇਮ ਦੇ ਲਾਸਟ ਲਾਈਨ ਦੇ ਵਿੱਚ ਆਏ ਨੇ। ਅਨਵੈਪਟ, ਅਨਔਨਰਡ, ਅਨਸੰਗ, ਆਪਾਂ ਉਵੇਂ ਲਿਖਤੇ ਕਿ ਉਹ ਮਰ ਜਾਂਦਾ ਹੈ। ਕਿਵੇਂ? ਅਨਵੈਪਟ, ਕੋਈ ਰੋਂਦਾ ਨਹੀਂ ਉਸ ਦੇ ਲਈ। ਅਨਔਨਰਡ, ਕੋਈ ਮਾਣ ਨਹੀਂ ਮਿਲਦਾ ਉਸ ਨੂੰ। ਐਂਡ ਅਨਸੰਗ, ਅਤੇ ਕੋਈ ਉਸ ਦੇ ਬਾਰੇ ਗੱਲ ਤੱਕ ਨਹੀਂ ਕਰਦਾ, ਕੋਈ ਉਸ ਦੇ ਬਾਰੇ ਕੋਈ ਪ੍ਰਸ਼ੰਸਾ ਦੀ ਚਾਰ ਸ਼ਬਦ ਵੀ ਨਹੀਂ ਬੋਲਦਾ। ਤਾਂ ਇਸ ਤਰੀਕੇ ਦੇ ਨਾਲ ਅਸੀਂ ਇਹ ਸੈਂਟਰਲ ਆਈਡੀਆ ਆਪਣੀ ਇਸ ਪੋਇਮ ਦਾ ਕਵਰ ਕੀਤਾ ਹੈ। ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਨਾਲ ਇਹ ਸੈਂਟਰਲ ਆਈਡੀਆ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਜਿੰਨੇ ਕੁ ਮਾਰਕਸ ਦਾ ਇਹ ਸੈਂਟਰਲ ਆਈਡੀਆ ਆਉਂਦਾ ਪੋਇਮ ਦਾ, ਤਾਂ ਉਸ ਦੇ ਹਿਸਾਬ ਨਾਲ ਇੰਨਾ ਆਨਸਰ ਸਫੀਸ਼ੀਐਂਟ ਹੈ। ਉਮੀਦ ਹੈ ਕਿ ਤੁਸੀਂ ਆਪਣੀਆਂ ਫੇਅਰ ਨੋਟਬੁੱਕਸ 'ਤੇ ਇਸ ਨੂੰ ਨੋਟ ਕਰ ਲਵੋਗੇ। ਤਾਂ ਸਟੂਡੈਂਟ, ਨੈਕਸਟ ਕੁਐਸਚਨ ਅਸੀਂ ਕਰਾਂਗੇ ਕਿ ਐਕਸਪਲੇਨ ਦਾ ਫੋਲੋਇੰਗ ਸਟੈਂਜ਼ਾ ਵਿਦ ਰੈਫਰੈਂਸ ਟੂ ਦੀ ਕੰਟੈਕਸਟ। ਤੁਹਾਨੂੰ ਪਤਾ ਹੈ ਵੀ ਤੁਹਾਡੇ ਐਗਜ਼ਾਮਸ ਦੇ ਵਿੱਚ ਪੋਇਮ ਦੇ ਵਿੱਚ ਦੋ ਤਰ੍ਹਾਂ ਦੇ ਕੁਐਸਚਨ ਆਉਂਦੇ ਆ। ਇੱਕ ਤਾਂ ਸੈਂਟਰਲ ਆਈਡੀਆ ਜਾਂ ਸਮਰੀ ਵਗੈਰਾ ਆ ਜਾਂਦੀ ਹੈ। ਦੂਸਰਾ ਕੁਐਸਚਨ ਤੁਹਾਨੂੰ ਪੈਰਾ ਦਿੱਤਾ ਹੁੰਦਾ, ਉਸ ਦਾ ਤੁਸੀਂ ਰੈਫਰੈਂਸ ਟੂ ਦਾ ਕੰਟੈਕਸਟ ਲਿਖਣਾ ਹੁੰਦਾ ਹੈ। ਇਸ ਨੂੰ ਪੰਜਾਬੀ 'ਚ ਆਪਾਂ ਪ੍ਰਸੰਗ ਸਹਿਤ ਵਿਆਖਿਆ ਕਹਿੰਦੇ ਹਾਂ। ਤਾਂ ਮੈਂ ਪਹਿਲਾਂ ਵੀ ਤੁਹਾਨੂੰ ਜਿਹੜੀਆਂ ਦੋ ਪੋਇਮਸ ਕਰਾਈਆਂ ਨੇ ਉਹਨਾਂ ਦਾ ਵੀ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਲਿਖਣਾ ਹੈ, ਅਤੇ ਅੱਜ ਵੀ ਇੱਕ ਤੁਹਾਨੂੰ ਪੈਰੇ ਦਾ ਮੈਂ ਐਜ਼ ਅ ਮੋਡਲ ਤੁਹਾਨੂੰ ਸਮਝਾ ਰਹੇ ਹਾਂ ਕਿ ਇਸ ਤਰੀਕੇ ਦੇ ਨਾਲ ਤੁਸੀਂ ਇਸ ਦੀ ਕੰਟੈਕਸਟ ਵਿਦ ਐਕਸਪਲੇਨੇਸ਼ਨ ਲਿਖ ਸਕਦੇ ਹੋ। ਤਾਂ ਮੈਂ ਇਸ ਪੋਇਮ ਦਾ ਜਿਹੜਾ 4th ਸਟੈਂਜ਼ਾ ਹੈ ਉਹ ਲਿਆ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਲਿਖਦੇ ਹਾਂ ਜੀ ਹਿੰਟ। ਹਿੰਟ ਦਾ ਮਤਲਬ ਹੁੰਦਾ ਹੈ ਪੰਜਾਬੀ 'ਚ ਸੰਕੇਤ, ਕਿ ਆਪਾਂ ਨੇ ਸੰਕੇਤ ਦੇਣਾ ਹੁੰਦਾ ਕਿ ਆਪਾਂ ਕਿਹੜਾ ਪੈਰਾ ਕਰ ਰਹੇ ਹਾਂ। ਤਾਂ ਜੋ ਪੇਪਰ 'ਚ ਆਇਆ ਸ਼ਾਇਦ ਦੋ ਪੈਰੇ ਆਉਂਦੇ ਆ, ਤੁਸੀਂ ਉਹਨੂੰ ਚੈੱਕ ਕਰੋਗੇ ਜਿਹੜਾ ਤੁਹਾਨੂੰ ਜ਼ਿਆਦਾ ਅੱਛੀ ਤਰ੍ਹਾਂ ਆਉਂਦਾ, ਤਾਂ ਤੁਸੀਂ ਉਸ ਦਾ ਹਿੰਟ ਲਿਖਣਾ। ਕਿਸ ਤਰ੍ਹਾਂ ਕਿ ਸਿੰਗਲ ਕੋਟ ਦੇ ਵੀ ਸ਼ੁਰੂ ਕਰਕੇ ਪਹਿਲੇ 2-3 ਵਰਡਸ ਉਹਦੇ ਲਿਖਦੇ ਨੇ, ਫਿਰ ਉਸ ਤੋਂ ਬਾਅਦ ਤੁਸੀਂ ਡੈਸ਼ ਲਗਾ ਕੇ ਫਿਰ ਐਂਡ ਵਾਲੇ 2-3 ਵਰਡਸ ਲਿਖਦੇ ਨੇ ਅਤੇ ਸਿੰਗਲ ਕੋਟ ਨੂੰ ਬੰਦ ਕਰ ਦੇਣਾ। ਤਾਂ ਇਸ ਤਰੀਕੇ ਦੇ ਨਾਲ ਆਪਾਂ ਹਿੰਟ ਲਿਖਦੇ ਹਾਂ। ਉਸ ਤੋਂ ਬਾਅਦ ਅਸੀਂ ਲਿਖਣਾ ਹੁੰਦਾ ਜੀ ਉਸ ਦਾ ਕੰਟੈਕਸਟ। ਤਾਂ ਕੰਟੈਕਸਟ ਦਾ ਮਤਲਬ ਹੁੰਦਾ ਹੈ ਜੀ ਸਾਡਾ ਪ੍ਰਸੰਗ। ਜਿਵੇਂ ਅਸੀਂ ਕਾਵ ਟੋਟੇ ਦਾ ਪ੍ਰਸੰਗ ਸਹਿਤ ਵਿਆਖਿਆ ਕਰਦੇ ਹਾਂ ਪੰਜਾਬੀ 'ਚ, ਤਾਂ ਇੰਗਲਿਸ਼ ਦੇ ਵਿੱਚ ਅਸੀਂ ਕੰਟੈਕਸਟ ਵਿਦ ਐਕਸਪਲੇਨੇਸ਼ਨ ਕਰਦੇ। ਤਾਂ ਕੰਟੈਕਸਟ ਦੇ ਵਿੱਚ ਹਮੇਸ਼ਾ ਪਹਿਲੀ ਲਾਈਨ ਆਪਾਂ ਲਿਖਦੇ ਹਾਂ ਕਿ ਥੀਸ ਲਾਈਨਸ ਹੈਵ ਬੀਨ ਟੇਕਨ ਫਰੋਮ ਦਾ ਪੋਇਮ ਮਾਈ ਨੇਟਿਵ ਲੈਂਡ ਰਿਟਨ ਬਾਏ ਸਰ ਵਾਲਟਰ ਸਕੋਟ। ਤਾਂ ਪਹਿਲੀ ਲਾਈਨ ਫਿਰ ਬੜੀ ਜ਼ਰੂਰੀ ਹੈ ਜੀ ਕਿ ਇਹ ਜਿਹੜੀਆਂ ਪੰਕਤੀਆਂ ਨੇ, ਲਾਈਨਾਂ ਨੇ, ਇਹ ਲਈਆਂ ਗਈਆਂ ਨੇ ਕਵਿਤਾ ਮਾਈ ਨੇਟਿਵ ਲੈਂਡ ਵਿੱਚੋਂ। ਮਾਈ ਨੇਟਿਵ ਲੈਂਡ ਉਵੇਂ ਲਿਖਣਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਸਮਝਾਇਆ। ਕੈਪੀਟਲ ਅੱਖਰ ਦਾ ਖਿਆਲ ਰੱਖਣਾ, ਸਿੰਗਲ ਕੋਟ ਦਾ ਖਿਆਲ ਰੱਖਣਾ। ਅਤੇ ਇਸ ਨੂੰ ਕਿਸ ਦੁਆਰਾ ਲਿਖਿਆ ਗਿਆ? ਸਰ ਵਾਲਟਰ ਸਕੋਟ। ਸਰ ਵਾਲਟਰ ਸਕੋਟ ਦੇ ਵੀ ਕੈਪੀਟਲ ਅਤੇ ਸਮੋਲ ਅੱਖਰਸ ਦਾ ਧਿਆਨ ਰੱਖਣਾ। ਅਤੇ ਸਰ ਵਾਲਟਰ ਸਕੋਟ ਕੋਈ ਵੀ ਪੋਇਟ ਦਾ ਨਾਮ ਹੋਵੇ ਜਾਂ ਆਥਰ ਦਾ ਨਾਮ ਹੋਵੇ, ਅਸੀਂ ਉਸ ਦੇ ਵਿੱਚ ਕੋਟਸ ਜਾਂ ਲਾਈਨ ਨਹੀਂ ਲਗਾਉਂਦੇ, ਇਹਦਾ ਧਿਆਨ ਰੱਖਣਾ। ਦਾ ਪੋਇਮ ਇਜ਼ ਰਿਟਨ ਇਨ ਰਾਈਮਡ ਵਰਸ। ਤਾਂ ਅਸੀਂ ਕੱਲ੍ਹ ਦੇਖਿਆ ਸੀ ਸਾਰੀ ਐਕਸਪਲੇਨੇਸ਼ਨ ਕਰਦੇ ਹੋਏ ਕਿ 4 ਸਟੈਂਜ਼ਾਜ਼ ਹੈ ਇਸ ਦੀ ਪੋਇਮ ਦੇ,
ਤੇ ਉਸ ਦੇ ਵਿੱਚ ਕਾਫੀ ਸਾਰੇ ਰਾਈਮਿੰਗ ਕਪਲੇਟਸ ਹੈ। ਐਂਡ ਦੇ ਵਿੱਚ ਤਾਂ 6-7 ਰਾਈਮਿੰਗ ਕਪਲੇਟ ਆਉਂਦੇ ਹੈ। ਤਾਂ ਮੈਂ ਤੁਹਾਨੂੰ ਸਾਰੀ ਪੋਇਮ ਇਹ ਸਮਝਾਈ ਸੀ ਅਤੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਸਾਰੀ ਪੋਇਮ ਹੈ ਇਹ ਰਾਈਮਡ ਵਰਸ ਦੇ ਵਿੱਚ ਲਿਖੀ ਗਈ ਹੈ। ਰਾਈਮਡ ਵਰਸ ਦਾ ਮਤਲਬ ਹੈ ਕਿ ਜਿਹੜੀਆਂ ਲਾਈਨਾਂ ਇਸ ਨੂੰ ਆਪਾਂ ਸੁਰ ਦੇ ਵਿੱਚ ਗਾ ਸਕਦੇ ਹਾਂ, ਗਾ ਕੇ ਵੀ ਦੇਖ ਸਕਦੇ ਹਾਂ। ਇਸ ਨੂੰ ਅਸੀਂ ਰਾਈਮਡ ਵਰਸ ਕਹਿੰਦੇ ਹਾਂ। ਤਾਂ ਜਦੋਂ ਰਾਈਮਡ ਵਰਸ ਦੇ ਵਿੱਚ ਕੋਈ ਪੋਇਮ ਲਿਖੀ ਜਾਂਦੀ ਹੈ ਤਾਂ ਡੈਫੀਨੇਟਲੀ ਹੈ ਕਿ ਉਸ ਦੀ ਕੋਈ ਸਕੀਮ ਵੀ ਹੋਏਗੀ। ਤਾਂ ਉਸ ਦੀ ਸਕੀਮ ਕੀ ਹੈ? ਦਾ ਰਾਈਮ ਸਕੀਮ ਆਫ ਦਾ ਸਟੈਂਜ਼ਾ ਇਜ਼ AABB। ਹੁਣ ਇਹ ਜਿਹੜਾ ਅਸੀਂ ਇਹ ਵਾਲਾ ਸਟੈਂਜ਼ਾ ਲਿਆ, ਇਸ ਸਟੈਂਜ਼ੇ ਦੀ ਜਿਹੜੀ ਰਾਈਮਿੰਗ ਸਕੀਮ ਹੈ ਉਹ AABB ਹੈ। ਤਾਂ ਜਿਹੜਾ ਸਟੈਂਜ਼ੇ ਦੀ ਆਪਾਂ ਰਾਈਮਿੰਗ ਸਕੀਮ ਜਦੋਂ ਦੱਸਣੀ ਹੈ ਤਾਂ ਇਸ ਨੂੰ ਅਸੀਂ ਡਬਲ ਕੋਟਸ ਪਾ ਕੇ ਲਿਖਣਾ, ਬਿਕੋਜ਼ ਅਸੀਂ ਇਸ ਗੱਲ ਦੇ ਉੱਪਰ ਜ਼ਿਆਦਾ ਜ਼ੋਰ ਪਾ ਕੇ ਕਹਿ ਰਹੇ ਹਾਂ ਕਿ AABB ਹੈ। ਹੁਣ AABB ਨੂੰ ਸਮਝਣ ਦੇ ਲਈ ਅਸੀਂ ਇੱਕ ਵਾਰੀ ਫਿਰ ਥੋੜ੍ਹਾ ਜਿਹਾ ਦੇਖਦੇ ਹਾਂ ਉਹ ਸਟੈਂਜ਼ਾ, ਕਿ ਸਾਨੂੰ ਜ਼ਿਆਦਾ ਕਲੀਅਰ ਆ ਜਾਏਗਾ। ਤਾਂ ਇਹ ਤੁਹਾਡੇ ਸਾਹਮਣੇ ਸਟੈਂਜ਼ਾ ਹੈ ਜੀ। ਇਹ ਵਾਲਾ ਅਸੀਂ ਸਟੈਂਜ਼ਾ ਲਿਆ, ਲਿਵਿੰਗ ਸ਼ੈਲ 4 feet ਫੇਅਰ ਰਿਨਾਊਨ। ਉਸ ਤੋਂ ਬਾਅਦ ਇਹ ਵਾਲਾ ਲਾਸਟ ਸਟੈਂਜ਼ਾ ਅਸੀਂ ਲਿਆ। ਤਾਂ ਅਸੀਂ ਜੇਕਰ ਦੇਖੀਏ ਤਾਂ ਇਸ ਦਾ ਅਸੀਂ ਐਂਡ ਰਾਈਮਸ ਦੇਖੀਏ ਹਰ ਇੱਕ ਲਾਈਨ ਦੀ, ਤਾਂ ਪਹਿਲੀ ਲਾਈਨ ਦੀ ਐਂਡ ਰਾਈਮ ਹੈਗੀ ਰਿਨਾਊਨ, ਜੋ ਕਿ ਰਾਈਮ ਦੇ ਵਿੱਚ ਹੈ। ਦੂਸਰੀ ਲਾਈਨ ਦੀ ਐਂਡ ਰਾਈਮ ਡਾਊਨ ਦੇ ਨਾਲ। ਤਾਂ ਰਿਨਾਊਨ ਅਤੇ ਡਾਊਨ ਦਾ ਸ਼ਬਦ ਆਲਮੋਸਟ ਇੱਕੋ ਵਰਗਾ ਬੋਲਣ 'ਚ ਹੈ। ਤਾਂ ਅਸੀਂ ਇਸ ਨੂੰ AA ਲਿਖ ਸਕਦੇ ਹਾਂ, ਸਾਊਂਡ ਜੇਕਰ ਆਪਾਂ ਨਾਮ ਦੇਣੀ ਹੋਵੇ। ਇਸ ਤਰ੍ਹਾਂ ਜੇਕਰ ਅਸੀਂ ਥਰਡ ਲਾਈਨ ਦਾ ਲਾਸਟ ਵਰਡ ਦੇਖੀਏ ਸਪਰੰਗ, ਅਤੇ ਉਹ ਲਾਸਟ ਲਾਈਨ ਦੇ ਲਾਸਟ ਵਰਡ ਅਨਸੰਗ ਦੇ ਨਾਲ ਇੱਕ ਤਰੀਕੇ ਦੇ ਨਾਲ ਸਾਊਂਡ ਉਸ ਦੀ ਸੇਮ ਹੈ। ਤਾਂ ਸਪਰੰਗ ਐਂਡ ਅਨਸੰਗ ਨੂੰ ਅਸੀਂ BB ਲਿਖ ਸਕਦੇ ਹਾਂ। ਤਾਂ ਫਿਰ ਸਾਡੀ ਰਾਈਮਿੰਗ ਸਕੀਮ ਕੀ ਬਣ ਗਈ? AABB। ਹਾਲਾਂਕਿ ਇਸ ਪੋਇਮ ਦੀ ਜਿਹੜੀ ਰਾਈਮਿੰਗ ਸਕੀਮ ਹੈ ਉਹ ਚੇਂਜ ਹੋ ਜਾਂਦੀ ਹੈ ਸ਼ੁਰੂਆਤ ਤੋਂ ਬਾਅਦ, ਉਹ AABB ਬਣ ਜਾਂਦੀ ਹੈ। ਲੇਕਿਨ ਸ਼ੁਰੂਆਤ ਦੇ ਵਿੱਚ ਮੈਂ ਤੁਹਾਨੂੰ ਕਾਫੀ ਡਿਟੇਲ ਦੇ ਵਿੱਚ ਸਮਝਾਈ ਸੀ ਕਿ ਸ਼ੁਰੂਆਤੀ ਜਿਹੜੇ 6 ਲਾਈਨਸ ਹੈ ਉਹਨਾਂ ਦੀ ਰਾਈਮਿੰਗ ਸਕੀਮ ਕੋਈ ਹੋਰ ਹੈ, ਲੇਕਿਨ ਬਾਕੀ ਸਾਰੀਆਂ 10 ਲਾਈਨਾਂ ਦੀ ਰਾਈਮਿੰਗ ਸਕੀਮ ਉਹ AABB ਹੈ। ਤਾਂ ਉਮੀਦ ਹੈ ਕਿ ਤੁਹਾਨੂੰ ਇਹ ਚੀਜ਼ ਸਮਝ ਆ ਗਈ ਹੋਏਗੀ। ਹੁਣ ਅਸੀਂ ਦੁਬਾਰਾ ਆਪਣੇ ਕੁਐਸਚਨ ਵੱਲ ਜਾਂਦੇ ਹਾਂ। ਤਾਂ ਦਿਸ ਪੋਇਮ ਇਜ਼ ਅਬਾਊਟ ਦਾ ਸਪਿਰਿਟ ਆਫ ਪੈਟਰੀਓਟਿਜ਼ਮ। ਇਹ ਉਹੀ ਲਾਈਨ ਆਪਾਂ ਲੈ ਲਈ ਜੀ ਕਿ ਇਹ ਜਿਹੜੀ ਪੋਇਮ ਹੈ ਇਹ ਦੇਸ਼ ਭਗਤੀ ਦੀ ਭਾਵਨਾ ਨਾਲ ਭਰੀ ਹੋਈ ਹੈ। ਇੱਕ ਲਾਈਨ ਅਸੀਂ ਪੂਰੀ ਪੋਇਮ ਦੇ ਬਾਰੇ ਜ਼ਰੂਰ ਲਿਖਣੀ ਹੁੰਦੀ ਹੈ ਐਂਡ ਦੇ ਵਿੱਚ, ਜਿਵੇਂ ਅਸੀਂ ਲਿਖੀਏ ਕਿ ਇਸ ਦਾ ਥੀਮ ਕੀ ਹੈ, ਬੇਸਿਕ ਥੀਮ ਕੀ ਹੈ ਇਸ ਪੋਇਮ ਦਾ। ਤਾਂ ਬੇਸਿਕ ਥੀਮ ਮੈਂ ਤੁਹਾਨੂੰ ਕੱਲ੍ਹ ਐਕਸਪਲੇਨੇਸ਼ਨ ਦੇ ਵਿੱਚ ਲਿਖ ਕੇ ਦੱਸਿਆ ਸੀ ਕਿ ਇਹ ਥੀਮ ਆਫ ਪੈਟਰੀਓਟਿਜ਼ਮ 'ਤੇ ਆਧਾਰਿਤ ਹੈ। ਤਾਂ ਉੱਥੋਂ ਹੀ ਅਸੀਂ ਲਾਈਨ ਬਣਾ ਲਈ ਕਿ ਦਿਸ ਪੋਇਮ ਇਜ਼ ਅਬਾਊਟ ਦਾ ਸਪਿਰਿਟ ਆਫ ਪੈਟਰੀਓਟਿਜ਼ਮ। ਹੁਣ ਅਸੀਂ ਇਸ ਦੀ ਐਕਸਪਲੇਨੇਸ਼ਨ 'ਤੇ ਆਉਂਦੇ ਹਾਂ। ਤੁਹਾਨੂੰ ਪਤਾ ਐਕਸਪਲੇਨੇਸ਼ਨ ਨੂੰ ਅਸੀਂ ਪੰਜਾਬੀ 'ਚ ਵਿਆਖਿਆ ਵੀ ਕਹਿੰਦੇ ਹਾਂ। ਤਾਂ ਪ੍ਰਸੰਗ ਹੋ ਚੁੱਕਿਆ, ਕੰਟੈਕਸਟ ਹੋ ਚੁੱਕਿਆ, ਹੁਣ ਅਸੀਂ ਇਸ ਦੀ ਐਕਸਪਲੇਨੇਸ਼ਨ ਦੇਖਦੇ ਹਾਂ। The poet wonders if there is any person who does not love his country। ਹੁਣ ਕਵੀ ਹੈਰਾਨ ਹੁੰਦਾ ਹੈ, ਵੰਡਰਸ ਦਾ ਮਤਲਬ ਹੈਰਾਨ ਹੋਣਾ, ਕਿ ਕੋਈ ਐਸਾ ਇਨਸਾਨ ਹੈ, ਇਫ ਦੇयर ਇਜ਼ ਐਨੀ ਪਰਸਨ, ਜੋ ਆਪਣੇ ਦੇਸ਼ ਨੂੰ ਪਿਆਰ ਨਹੀਂ ਕਰਦਾ, ਡਜ਼ ਨੋਟ ਲਵ ਹਿਸ ਕੰਟਰੀ। ਦਿਸ ਪਰਸਨ ਹੈਜ਼ ਅ ਡੈਡ ਸੋਲ। ਹੁਣ ਜੇਕਰ ਇਹੋ ਜਿਹਾ ਬੰਦਾ ਹੈ, ਜੇਕਰ ਇਹੋ ਜਿਹਾ ਇਨਸਾਨ ਹੈ ਤਾਂ ਉਸ ਦੀ ਆਤਮਾ ਮਰੀ ਹੋਈ ਹੈ, ਡੈਡ ਸੋਲ ਹੈ ਉਸ ਦੀ। ਵੀ ਸ਼ੁੱਡ ਬੀ ਅਵੇਅਰ ਅਬਾਊਟ ਦਿਸ ਟਾਈਪ ਆਫ ਪਰਸਨ। ਸਾਨੂੰ ਇਸ ਤਰ੍ਹਾਂ ਦੇ ਇਨਸਾਨ ਦੇ ਬਾਰੇ ਅਵੇਅਰ ਹੋਣਾ ਚਾਹੀਦਾ। ਅਵੇਅਰ ਅਬਾਊਟ ਦਾ ਮਤਲਬ ਜਾਣੂ ਹੋਣਾ। ਸਾਨੂੰ ਜਾਣੂ ਹੋਣਾ ਚਾਹੀਦਾ ਹੈ ਕਿ ਇਹ ਇਨਸਾਨ ਇੱਕ ਅਜਿਹਾ ਇਨਸਾਨ ਹੈ ਜੋ ਆਪਣੀ ਮਾਂ ਭੂਮੀ ਨੂੰ ਪਿਆਰ ਨਹੀਂ ਕਰਦਾ। ਹੁਣ ਇਹ ਸਾਰੀਆਂ ਲਾਈਨਸ ਜਿਹੜੀਆਂ ਨੇ ਮੈਂ ਲਿਖੀਆਂ ਨੇ, ਇਹ ਬੇਸਿਕਲੀ ਜਿਹੜੀਆਂ ਪੋਇਮਸ ਦੇ ਸ਼ੁਰੂਆਤ ਦੇ ਵਿੱਚ ਲਾਈਨਸ ਆਈਆਂ ਨੇ ਉਹਨਾਂ ਦੀ ਐਕਸਪਲੇਨੇਸ਼ਨ ਹੈ। ਇਹ ਮੈਂ ਇਸ ਕਰਕੇ ਇਸ ਦੇ ਵਿੱਚ ਲਿਖਿਆ ਤਾਂ ਕਿ ਜੇਕਰ ਸਪੋਜ਼ ਕਰੋ ਕੋਈ ਹੋਰ ਪੈਰਾ ਵੀ ਤੁਹਾਨੂੰ ਆ ਜਾਂਦਾ ਹੈ ਤੁਹਾਡੇ ਐਗਜ਼ਾਮ ਦੇ ਵਿੱਚ, ਤਾਂ ਤੁਸੀਂ ਇਹ ਲਾਈਨਸ ਉਸ ਦੇ ਵਿੱਚ ਇਨਕਲੂਡ ਕਰ ਸਕੋ। ਤਾਂ ਇਸ ਤਰੀਕੇ ਦੇ ਨਾਲ ਮੈਂ ਇਸ ਦੇ ਵਿੱਚ ਲਾਈਨਸ ਲਈਆਂ ਨੇ ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਆਵੇ। ਨੋ ਸੌਂਗਸ ਆਰ ਸੰਗ ਇਨ ਹਿਜ਼ ਪ੍ਰੇਜ਼। ਹੁਣ ਉਸ ਦੀ ਪ੍ਰੇਜ਼ ਦੇ ਵਿੱਚ, ਉਸ ਤਰ੍ਹਾਂ ਦੇ ਇਨਸਾਨ ਦੀ ਪ੍ਰੇਜ਼ ਦੇ ਵਿੱਚ, ਪ੍ਰਸ਼ੰਸਾ ਦੇ ਵਿੱਚ ਕੋਈ ਵੀ ਗਾਣਾ ਨਹੀਂ ਗਾਇਆ ਜਾਂਦਾ। ਹੀ ਮੇ ਹੈਵ ਹਾਈ ਟਾਈਟਲਸ। ਉਸ ਦੇ ਉੱਚੇ ਰੁਤਬੇ ਹੋ ਸਕਦੇ ਨੇ। ਹਾਈ ਟਾਈਟਲਸ, ਇੱਥੇ ਟਾਈਟਲਸ ਪਾਉਣਾ ਸੀ, ਆਪਾਂ ਇੱਥੇ ਠੀਕ ਕਰ ਲੈਂਦੇ ਹਾਂ ਇਹਨੂੰ ਠੀਕ ਕਰ ਲਿਓ ਤੁਸੀਂ। ਹੀ ਮੇ ਹੈਵ ਹਾਈ ਟਾਈਟਲਸ, ਉਸ ਦੇ ਰੁਤਬੇ ਉੱਚੇ ਹੋ ਸਕਦੇ ਨੇ, ਉੱਚਾ ਰੁਤਬਾ ਹੋ ਸਕਦਾ ਉਸਦਾ। ਹੀ ਮੇ ਹੈਵ ਅ ਪ੍ਰਾਊਡ ਫੈਮਿਲੀ, ਉਸ ਦੀ ਫੈਮਿਲੀ ਦਾ ਨਾਮ ਹੋ ਸਕਦਾ, ਬਹੁਤ ਹੀ ਨਾਮ ਹੋ ਸਕਦਾ ਉਸਦੇ ਪਰਿਵਾਰ ਦਾ। ਬਾਊਂਡਲੈਸ ਵੈਲਥ, ਉਸ ਦੀ ਅਥਾਹ ਧਨ ਹੋ ਸਕਦਾ। ਬਾਊਂਡਲੈਸ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਲਿਮਿਟਲੈਸ। ਅਥਾਹ ਧਨ, ਉਸਦੇ ਕੋਲ ਅਥਾਹ ਧਨ ਹੋ ਸਕਦਾ। ਵੈਲਥ ਦਾ ਮਤਲਬ ਧਨ। ਐਂਡ ਪਾਵਰ, ਅਤੇ ਸ਼ਕਤੀ ਹੋ ਸਕਦੀ ਹੈ। ਤਾਂ ਇਹ ਪੂਰੀ ਲਾਈਨ ਦਾ ਮਤਲਬ ਕੀ ਹੋ ਗਿਆ ਕਿ ਉਸ ਕੋਲ ਸ਼ਕਤੀ ਹੋ ਸਕਦੀ ਹੈ ਬਹੁਤ ਜ਼ਿਆਦਾ। ਹੋ ਸਕਦਾ ਕਿ ਪਾਵਰ ਹੋਵੇ, ਉਸਦੇ ਕੋਲ ਲਿਮਿਟਲੈਸ ਧਨ ਹੋਵੇ ਅਤੇ ਉਸਦੀ ਫੈਮਿਲੀ ਦਾ ਨਾਮ ਹੋਵੇ।
ਬਟ ਨੋ ਵਨ ਲਾਈਕਸ ਸਚ ਅ ਪਰਸਨ, ਪਰ ਕੋਈ ਵੀ ਇਸ ਤਰ੍ਹਾਂ ਦੇ ਇਨਸਾਨ ਨੂੰ ਪਸੰਦ ਨਹੀਂ ਕਰਦਾ। ਲਾਈਕਸ ਸਚ ਅ ਪਰਸਨ, ਸਚ ਅ ਪਰਸਨ ਦਾ ਮਤਲਬ ਇਸ ਤਰ੍ਹਾਂ ਦੇ ਇਨਸਾਨ ਨੂੰ। ਹੀ ਇਜ਼ ਅ ਰਿਚ, ਤਾਂ ਉਹ ਇੱਕ ਤੁੱਛ ਇਨਸਾਨ ਹੈ, ਛੋਟਾ ਇਨਸਾਨ ਹੈ ਜਿਸ ਦੀ ਬਹੁਤ ਹੀ ਜ਼ਿਆਦਾ ਸੋਚ ਛੋਟੀ ਹੈ। ਹੀ ਇਜ਼ ਅ ਵਰਥਲੈਸ ਕ੍ਰੀਚਰ, ਉਹ ਇੱਕ ਅਜਿਹਾ ਜੀਵ ਹੈ ਜਿਸ ਦੀ ਕੋਈ ਕੀਮਤ ਨਹੀਂ ਹੈ। ਕ੍ਰੀਚਰ ਲਾਈਨਸ ਉਹੀ ਲਈਆਂ ਮੈਂ ਜਿਹੜੀ ਆਪਾਂ ਪਹਿਲਾਂ ਸੈਂਟਰਲ ਆਈਡੀਆ ਕੀਤਾ। ਹੀ ਹੈਜ਼ ਅ ਡੈਡ ਸੋਲ, ਉਸ ਦੀ ਆਤਮਾ ਮਰੀ ਹੋਈ ਹੈ। ਹੀ ਇਜ਼ ਓਨਲੀ ਫਿਜ਼ੀਕਲੀ ਅਲਾਈਵ, ਉਹ ਸਿਰਫ ਸਰੀਰਕ ਤੌਰ 'ਤੇ ਜੀਵਿਤ ਹੈ। ਉਹ ਜਿੰਦਾ ਤਾਂ ਹੈ, ਸਾਹ ਲੈਂਦਾ ਹੈ, ਲੇਕਿਨ ਸਿਰਫ ਸਰੀਰਕ ਤੌਰ 'ਤੇ। ਸਪਿਰਿਚੁਅਲੀ ਉਹ ਮਰ ਚੁੱਕਿਆ, ਆਤਮਿਕ ਤੌਰ 'ਤੇ ਉਸ ਦੀ ਮੌਤ ਹੋ ਚੁੱਕੀ ਹੈ, ਬਿਕੋਜ਼ ਉਸ ਦੀ ਆਤਮਾ ਖਤਮ ਹੋ ਚੁੱਕੀ। ਹੀ ਫੇਲਸ ਟੂ ਵਿਨ ਐਨੀ ਨੇਮ ਔਰ ਫੇਮ, ਉਹ ਨਾ ਆਪਣਾ ਨਾਮ ਬਣਾ ਸਕਦਾ ਦੁਨੀਆ 'ਚ, ਨਾ ਹੀ ਕੋਈ ਪ੍ਰਸਿੱਧੀ ਪ੍ਰਾਪਤ ਕਰ ਸਕਦਾ ਹੈ। ਨੋ ਵਨ ਰਿਮੈਂਬਰਸ ਹਿਮ ਆਫਟਰ ਹਿਜ਼ ਡੈਥ, ਕੋਈ ਵੀ ਉਸ ਨੂੰ ਉਸ ਦੀ ਮੌਤ ਤੋਂ ਬਾਅਦ ਯਾਦ ਨਹੀਂ ਕਰਦਾ। ਰਿਮੈਂਬਰਸ ਯਾਦ ਕਰਨਾ। ਨੋ ਵਨ ਵੀਪਸ ਫॉर ਹਿਮ, ਕੋਈ ਵੀ ਉਸ ਨੂੰ ਰੋਂਦਾ ਨਹੀਂ ਹੈ, ਉਸ ਦੇ ਮਰਨ 'ਤੇ ਕੋਈ ਨਹੀਂ ਰੋਂਦਾ। ਵੀਪ ਦਾ ਮਤਲਬ ਰੋਣਾ ਹੁੰਦਾ ਹੈ। ਨੋ ਵਨ ਗਿਵਸ ਹਿਮ ਐਨੀ ਓਨਰ, ਕੋਈ ਵੀ ਉਸ ਨੂੰ ਮਾਣ ਨਹੀਂ ਮਿਲਦਾ, ਕੋਈ ਵੀ ਉਸ ਨੂੰ ਮਾਣ ਸਤਿਕਾਰ ਨਹੀਂ ਦਿੰਦਾ। ਨੋ ਸੌਂਗਸ ਆਫ ਪ੍ਰੇਜ਼ ਆਰ ਸੰਗ ਫॉर ਹਿਮ, ਤਾਂ ਉਸ ਦੀ ਸ਼ਾਨ ਦੇ ਵਿੱਚ ਕੋਈ ਵੀ ਗਾਣਾ ਨਹੀਂ ਗਾਇਆ ਜਾਂਦਾ, ਉਸ ਦੀ ਪ੍ਰਸ਼ੰਸਾ ਦੇ ਵਿੱਚ ਕੋਈ ਵੀ ਗੀਤ ਨਹੀਂ ਗਾਇਆ ਜਾਂਦਾ। ਹੀ ਡਾਈਜ਼ ਅਨਵੈਪਡ, ਅਨਔਨਰਡ ਐਂਡ ਅਨਸੰਗ, ਉਹ ਮਰ ਜਾਂਦਾ ਹੈ, ਕੋਈ ਉਸ 'ਤੇ ਰੋਂਦਾ ਨਹੀਂ, ਕੋਈ ਉਸ ਨੂੰ ਮਾਣ ਨਹੀਂ ਮਿਲਦਾ, ਅਤੇ ਨਾ ਹੀ ਉਸ ਨੂੰ ਕੋਈ ਯਾਦ ਕਰਦਾ ਹੈ, ਉਸ ਦੇ ਬਾਰੇ ਕੋਈ ਗੀਤ ਗਾਉਂਦਾ। ਕਾਫੀ ਸਾਰੀਆਂ ਲਾਈਨਸ ਮੈਂ ਸੈਂਟਰਲ ਆਈਡੀਆ ਦੀ ਹੀ ਲਈਆਂ ਨੇ, ਇਸ ਦੇ ਨਾਲ ਤੁਹਾਨੂੰ ਸੌਖਾ ਹੋ ਜਾਂਦਾ ਹੈ ਕੰਟੈਕਸਟ ਵਿਦ ਐਕਸਪਲੇਨੇਸ਼ਨ ਕਰਦੇ ਹੋਏ ਦਾ। ਤਾਂ ਇਹ 2 ਮੇਨ ਕੁਐਸਚਨਸ ਬਣਦੇ ਨੇ, ਇਹ ਜ਼ਰੂਰ ਤੁਸੀਂ ਕਵਰ ਕਰ ਲੈਣੀ ਹੈ। ਉਮੀਦ ਹੈ ਕਿ ਤੁਹਾਨੂੰ ਇਹ ਸਾਰੇ ਸਮਝ ਆ ਗਏ ਹੋਣਗੇ ਅਤੇ ਤੁਸੀਂ ਆਪਣੀਆਂ ਇਹ ਸਾਰਾ ਮੈਟਰ ਆਪਣੀਆਂ ਫੇਅਰ ਨੋਟਬੁੱਕਸ 'ਤੇ ਉਤਾਰ ਲਓਗੇ। ਜੇਕਰ ਕੋਈ ਵੀ ਤੁਹਾਨੂੰ ਦਿੱਕਤ ਹੈ, ਕੋਈ ਕੁਐਸਚਨ ਹੈ, ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ।